भाई साहब की हाल है ठीक हो सर ठीक ठाक भाईजान ठीक ठाक भाई साहब एक ना साढ़े सबसक्राइबर्स का या साड़ी आडियंस जी है ना उन्हें एक बड़ा कामन क्वेश्चन होता है बड़ा सवाल होता है कि भाई साहब जो ना वो जानवरों की खुराक के बारे ना सही मतलब ना कैट फार्मूला नहीं दसते इस जो सब तो ज़्यादा पूछा जाने वाला सवाल है थोड़े को भी लोग पूछते होंगे कि जानवरों का दुध जोड़ा है वो किस तरह बताना है इन्हों के आर्डर किस तरह व्डे किए जाते हैं इन्हों के कोई नुस्खे हैं ने भाई साहब को इस दे बारे जरा मालूमात दो जो थोड़ा 25 साल तजर्बा है ना जो दोस्त से रिव्यू सर देखे उन्होंने कुछ ना कुछ सीखने को मिले ਤੁਸੀਂ ਸਵਾਲ ਕੀਤਾ ਹੈ ਵੀ ਦੁੱਧ ਬਾਰੇ ਮੈਨੂੰ ਵੀ ਬੇਸ਼ੁਮਾਰ ਲੋਕ ਪੁੱਛਦੇ ਨੇ जी जी ਜਿਹੜੇ ਮੈਨੂੰ ਆਪਣੇ ਪਾਕਿਸਤਾਨ ਦੇ ਪੁੱਛਦੇ ਨੇ जी जी ਸਿੰਧ ਦੇ ਪੁੱਛਦੇ ਨੇ ਇੰਡੀਆ ਦੇ ਪੁੱਛਦੇ ਨੇ ਕੋਈ ਦੋਸਤ ਬਾਹਰਲੇ ਮੁਲਕਾਂ 'ਚ ਬੈਠੇ ਨੇ जी जी ਇਹ ਬੇਸ਼ੁਮਾਰ ਇਹੋ ਹੀ ਸਵਾਲ ਹੈ जी ਸਾਡੀ ਕੌਮ ਇੱਕ ਨੁਕਸਾ ਦੇਣ ਲੱਗਿਆ जी जी ਇਹ ਨੁਕਸਾ ਫਿਰ ਲੋਕਾਂ ਨੂੰ ਕਹੋ ਮੈਂ ਅੱਜ ਦੁੱਧ ਦਾ ਨੁਕਸਾ ਦੱਸਣ ਲੱਗਿਆ अच्छा ਕੁੱਲੋਹਮ ਨੁਕਸਿਆਂ ਦਾ अच्छा 25 ਸਾਲ 'ਚ ਜਿਹੜਾ ਮੈਂ ਕਰਦਾ ਰਿਹਾ ਇਹ ਨੁਕਸਾ ਦੇਣ ਲੱਗਿਆ ਇਹੀ ਲੜ ਬਣ ਲੈਣ ਨਾ जी ਸਾਰੇ ਮਸਲੇ ਹੱਲ ਹੋ ਜਾਣਗੇ जब 25 साल का थोड़ा निचोड़ है ਨਿਚੋੜ ਅੱਜ ਨਿਚੋੜ ਦੱਸਣ ਲੱਗਿਆ जबरदस्त हो गया ਇਹਦਾ ਨਾਮ ਹੈ ਕਿੰਗ ਬਾਬਰ जी ਇਹ ਕਿੰਗ ਬੱਚਾ ਹੈ अच्छा है ਇਹਦੀ ਮਾਂ ਨੇ ਇਹ ਕਿੰਗ ਇਹਦੀ ਮਾਂ ਨੇ ਦੁੱਧ ਕੀਤਾ ਥਾ ਤੁਹਾਡੇ ਕੋਲ 10ਵੇਂ ਸੂਏ जी जी ਇਹ 10ਵੇਂ ਸੂਏ ਦਾ ਬੱਚਾ ਹੈ अच्छा है 10ਵੇਂ ਸੂਏ ਪੌਣੇ 52 ਕਿਲੋ ਦੁੱਧ ਕੀਤਾ ਹੈ जी 5 ਚੁਆਈਆਂ ਕਰਕੇ 2 ਖਾਲੀ ਕਰਾਈਆਂ 3 ਦਾ ਰਿਕਾਰਡ ਹੋਇਆ जी ਪੌਣੇ 52 ਕਿਲੋ 24 ਘੰਟਿਆਂ ਦਾ 35 ਕਿਲੋ 250 ਗ੍ਰਾਮ ਇਸ ਤਰ੍ਹਾਂ ਬਣਦਾ ਹੈ जी ਇਹ ਤੁਸੀਂ ਵੀ ਸਵਾਲ ਇਹੀ ਪੁੱਛ ਰਹੇ ਹੋ ਮੈਨੂੰ ਵੀ ਬੇਸ਼ੁਮਾਰ ਲੋਕ ਇਹੋ ਹੀ ਗੱਲ ਪੁੱਛਦੇ ਨੇ जी ਯਾਰ ਮੱਝਾਂ ਦੇ ਆਰਡਰ ਤੇ ਦੁੱਧ जी ਇਹ ਇੱਕ ਬੜੀ ਦੇਰ ਤੋਂ ਇੱਕ ਨੁਕਸਾ ਦੇ ਰਿਹਾ अच्छा ਜੇ ਦੋਸਤ ਅਕਲ ਦਨਾਈ ਦਾ ਜ਼ੋਰ ਦੇਣ ਸਿਰਫ ਲੋਕ ਪੁੱਛਦੇ ਨੇ ਅਗਰ ਮੈਂ ਉਹਨਾਂ ਨੂੰ ਸਵਾਲ ਪੁੱਛਦਾ ਉਹ ਦੱਸਦੇ ਨਹੀਂ ਪੁੱਛਦੇ ਨੇ ਦੁੱਧ ਬਾਰੇ ਆਰਡਰ ਬਾਰੇ जी ਇਹਦੀ ਮਾਂ ਦਾ ਨਾਮ ਹੈ ਪਿਆਰੀ जी ਪੌਣੇ 52 ਦੁੱਧ ਕੀਤਾ ਇਹਦੇ ਪਿਓ ਦੀ ਇਹ ਬਾਬਰ 3 ਹੈ जी ਇਹਦੀ ਮਾਂ 2013 ਚ ਫਸਟ ਆਈ जी ਉਹਨੇ ਵੀ ਦੁੱਧ ਕੀਤਾ ਇਹਦੇ ਦਾਦੇ ਦੀ ਮਾਂ ਨੇ ਭਾਗ ਨੇ ਦੁੱਧ ਕੀਤਾ ਬਾਬਰ 2 ਦੀ ਮਾਂ ਨੇ ਇਹਦੇ ਪੜਦਾਦੇ ਦੀ ਮਾਂ ਨੇ ਦੁੱਧ ਕੀਤਾ जी ਰਾਣੀ ਨੇ जी ਬੇਸ਼ੁਮਾਰ ਇੰਜ ਦੇ ਦਿਖਾ ਚੁੱਕਿਆ जी ਇਸ ਚੀਜ਼ ਤੇ ਜ਼ੋਰ ਨਹੀਂ ਦਿੰਦੇ ਜਦੋਂ ਮੈਨੂੰ ਪੁੱਛਦੇ ਨੇ ਯਾਰ ਦੁੱਧ ਦਾ ਦੱਸ ਕੋਈ ਚੱਡੇ ਵੱਡੇ ਹੋਣ ਦਾ ਦੱਸ ਕੋਈ ਕਾੜੇ ਦਾ ਦੱਸ जी ਅੱਲਾ ਵਾਸਤੇ ਇਹਨਾਂ ਚੀਜ਼ਾਂ ਨੂੰ ਛੱਡ ਦੇਣ ਜਿਹੜੀ ਅਸਲ ਚੀਜ਼ ਮੈਂ ਪੁੱਛਦਾ जी ਉਹ ਕੋਈ ਚੰਦ ਬੰਦਾ ਦੱਸਦਾ ਹੈ ਨਾ ਤਾਂ ਨਹੀਂ ਦੱਸਦੇ ਕੀ ਪੁੱਛਦਾ ਵੀ ਇਹਦੀ ਇਹ ਮੱਝ ਲਈ ਕਿੱਥੋਂ ਹੈ ਉਹ ਦੱਸਦੇ ਨੇ ਯਾਰ ਕਿਸੇ ਪਿੰਡ ਚੋਂ ਲਈਏ ਚੱਕ ਚੋਂ ਲਈਏ ਇਹਦੇ ਰਿਕਾਰਡ ਦਾ ਕੋਈ ਪਤਾ ਨਹੀਂ ਜਾਂ ਮੰਡੀਆਂ ਚੋਂ ਲਈਏ ਕੋਈ ਰਿਕਾਰਡ ਦਾ ਪਤਾ ਨਹੀਂ ਨੁਕਸੇ ਕਾੜਿਆਂ ਬਾਅਦ ਦੀ ਗੱਲ ਹੈ ਉਹਨਾਂ 'ਚ ਨਾ ਗੁੰਮ ਹੋਣ ਰਿਕਾਰਡ ਇਹ ਬਾਬਰ 3 ਹੈ जी ਇਹਦੀ ਮਾਂ ਦਾ ਰਿਕਾਰਡ ਪੁੱਛੋ ਤਾਂ ਮੈਂ ਦੱਸਣ ਨੂੰ ਤਿਆਰ ਹਾਂ जी ਇਹਦੀ ਭੈਣ ਫਿਰਦੌਸੀਨੋ ਹੈ जी ਉਹਦਾ ਰਿਕਾਰਡ ਪੁੱਛੋ ਮੈਂ ਦੱਸਣ ਨੂੰ ਤਿਆਰ ਹਾਂ जी ਪਿਆਰੀ ਜੋਟੀ ਇਹਦੀ ਭੈਣ ਹੈ जी ਉਹਦਾ ਰਿਕਾਰਡ ਮੈਂ ਦੱਸਣ ਨੂੰ ਤਿਆਰ ਹਾਂ जी ਇਹਦੀ ਮਾਂ ਦਾ ਦੱਸਣ ਨੂੰ ਤਿਆਰ ਹਾਂ ਇਹਦੀ ਬਾਪ ਦੀ ਮਾਂ ਦਾ ਦੱਸਣ ਨੂੰ ਤਿਆਰ ਹਾਂ ਇਹਦੇ ਦਾਦੇ ਦੀ ਮਾਂ ਦਾ ਦੱਸਣ ਨੂੰ ਤਿਆਰ ਹਾਂ जी ਇਹ ਬੇਸ਼ੁਮਾਰ ਲੋਕ ਇਹੋ ਹੀ ਸਵਾਲ ਪੁੱਛਦੇ ਨੇ जी ਯਾਰ ਇਹ ਦੁੱਧ ਚੱਡੇ ਵੱਡੇ ਕਿਵੇਂ ਹੋਣਗੇ जी ਦੁੱਧ ਕਿਵੇਂ ਹੋਏਗਾ ਜਦੋਂ ਮੈਂ ਪੁੱਛਦਾ जी जी ਬਈ ਯਾਰ ਇਹਦੀ ਮਾਂ ਕਿੱਥੋਂ ਲਈਏ जी ਉਹਨਾਂ ਕੋਲ ਸਵਾਲ ਨਹੀਂ जी ਉਹ ਅਸੀਂ ਪਿੰਡਾਂ ਚੱਕਾਂ ਚੋਂ ਲਈਏ ਸਿਰਫ ਦੁੱਧ ਦੱਸਦੇ ਆਰਡਰ ਕਿਵੇਂ ਆਰਡਰ ਇੰਜ ਵੱਡੇ ਨਹੀਂ ਹੁੰਦੇ अच्छा है ਅਗਰ ਕੋਈ ਦੁਨੀਆ ਦਾ ਬੰਦਾ ਕੋਈ ਚੀਜ਼ ਦੇਣ ਨਾਲ ਆਰਡਰ ਵੱਡਾ ਕਰ ਦੇਵੇ ਮੈਂ ਦੇਣਦਾਰ ਹੋਵਾਂਗਾ ਆਰਡਰ ਵੱਡੇ ਨਸਲਾਂ 'ਚ ਹੀ ਹੁੰਦੇ ਨੇ ਕੁਆਲਿਟੀਆਂ 'ਚ ਹੁੰਦੇ ਨੇ जी ਹੁਣ ਇਹਦੀ ਮਾਂ ਦਾ जी 10ਵੇਂ ਸੂਏ ਪੌਣੇ 52 ਕਿਲੋ ਦੁੱਧ ਕੀਤਾ ਹੈ जी ਇਹਦੀ ਮਾਂ ਨੂੰ ਕਿਹੜਾ ਕਾੜਾ ਦਿੱਤਾ ਅਸੀਂ जी ਇਹਦੀ ਭੈਣ ਨੂੰ 7 ਮਹੀਨੇ ਚ ਹੋਈ ਗਈ ਏ जी ਇੱਕ ਦਿਨ ਤੱਕ ਕਾੜਾ ਦੇ ਲਾਂਗੇ जी 7 ਮਹੀਨੇ 4 ਮਹੀਨੇ 2 ਦਿਨ ਦੀ ਸੂਈ ਹੋਈ ਸੀ जी 7 ਮਹੀਨੇ ਕਿਹੜੇ ਕਾੜੇ ਦਿੰਦੇ ਰਹੇ ਆ इसी तरह ਜਿਹੜੀ 7 ਮਹੀਨੇ 5635 ਕਿਲੋ 27 ਲੀਟਰ ਦੀ ਐਵਰੇਜ ਆਈ ਏ जी ਇਹਦੀ ਮਾਂ ਨੂੰ ਕਿਹੜੇ ਅਸੀਂ ਕਾੜੇ ਦਿੱਤੇ ਨੇ ਇਹਦੀ ਭੈਣ ਨੂੰ ਕਿਹੜੇ ਕਾੜੇ ਦਿੱਤੇ ਨੇ ਇਹਦੀ ਦਾਦੀ ਨੂੰ ਪੜਦਾਦੀ ਨੂੰ ਉਹ ਭਾਈ ਇੱਕ ਗੱਲ ਤੈਨੂੰ ਦੱਸਾਂ ਕੁਆਲਿਟੀ ਤੇ ਜ਼ੋਰ ਦੇਣ ਇਸ ਗੱਲ ਪੁੱਛਦੇ ਹੋ ਨਾ जी ਜਦੋਂ ਤੱਕ ਜਾਨਵਰ ਕੁਆਲਿਟੀ ਵਾਲਾ ਨਹੀਂ ਹੋਣਾ जी ਉਸ ਟਾਈਮ ਤੱਕ ਦੁੱਧ ਨਹੀਂ ਆਣਾ ਅੱਛਾ। ਇਹ ਜ਼ਹਿਨ ਚੋਂ ਲੋਕ ਕੱਢ ਦੇਣ ਮੈਂ ਦੱਸਦਾ 7 ਕਿਲੋ ਅਗਾੜੀ ਏ ਜੀ। 6 ਕਿਲੋ ਅਗਾੜੀ ਏ ਲੋਕ ਕਹਿੰਦੇ ਨੇ ਸਾਡੀ ਸਾਰੀ ਮੱਝ ਇੰਨਾ ਦਿੰਦੀ ਏ जी ਉੱਥੇ ਬੰਦਾ ਕੀ ਕਰੇ जबरदस्त ਸਾਡਾ ਗੋਰਾ ਹੈ ਨਾ जी ਤੁਸੀਂ ਇੱਕ ਅੰਦਾਜ਼ਾ जी ਗੋਰਾ ਹੈ ਗੋਰਾ जी ਪਿੱਛੇ ਮਿਹਨਤ ਕਰਦਾ ਹੈ ਗੋਰੇ ਨੂੰ ਨਾ जी ਕੁੱਤੇ ਦਾ ਪੁੱਛੋ ਉਹ ਦੱਸਦਾ ਕਿਹੜੀ ਨਸਲ ਦਾ ਹੈ जी ਜਾਨਵਰਾਂ ਬਾਰੇ ਤਾਂ ਉਹਨੇ ਬੜੀ ਮਿਹਨਤ ਕੀਤੀ ਜੀ। ਹੈ ਤੁਸੀਂ ਦੇਖੋ ਜਿਹੜੀ
ਗੋਰੇ ਨੂੰ ਕਿਸੇ ਨੇ ਮੁਲਕ ਨਾਲ ਗੱਲ ਕੀਤੀ ਤੇਰੀ ਵਲੈਤੀ ਗਾਂ ਗਰਮੀ ਬਣਾਉਂਦੀ ਏ ਜੀ ਉਹਨੇ ਗੀਰਲੈਂਡੋ ਪੈਦਾ ਕਰਾ ਕੇ ਦਿਖਾ ਦਿੱਤੀ ਏ ਜੀ ਹੁਣ ਗੀਰਲੈਂਡ ਦਾ ਰਿਕਾਰਡ ਦੇਖੋ ਕੀ ਏ ਜੀ ਐਵੇਂ ਹੈ ਜੀ ਅੱਛਾ ਹੁਣ ਬ੍ਰਾਹਮਣ ਉਹਨੇ ਕਿਸ ਸਾਈਜ਼ ਦੀਆਂ ਬਣਾ ਦਿੱਤੀਆਂ ਨੇ ਇਸੇ ਤਰ੍ਹਾਂ ਜਿਹੜੀ ਬ੍ਰਾਹਮਣ ਹੈ ਜੀ ਹੁਣ ਤੁਸੀਂ ਬ੍ਰਾਹਮਣ ਨੂੰ ਕਿਸ ਸਾਈਜ਼ ਕਿੰਨੀਆਂ ਲੰਬਾਈਆਂ ਕਿੰਨਾ ਵਜ਼ਨ ਲੈ ਗਿਆ ਜੀ ਉਹਨੂੰ ਕਲਰ ਕਿਹਾ ਉਹਨੂੰ ਜੋ ਕਹਿੰਦੇ ਨੇ ਉਹ ਕਰਕੇ ਦਿਖਾ ਦਿੰਦਾ ਹੈ ਜੀ ਹੁਣ ਇੱਕ ਸਵਾਲ ਹੈ ਦੁੱਧ ਵਧਾਉਣ ਦਾ ਜੀ ਇਹ ਜਿਹੜੇ ਲੋਕ ਮੈਨੂੰ ਪੁੱਛਦੇ ਨੇ ਜੀ ਜਿਹੜੀ ਫਰੀਜ਼ਨ ਗਾਂ ਜਾਂ ਗੀਰਲੈਂਡ ਉਹ ਦੁੱਧ ਕਰਦੀ ਏ ਜੀ ਉਹਨਾਂ ਨੂੰ ਕਹੋ ਉਹੀ ਖੁਰਾਕ ਜੀ ਗੋਰੇ ਲਈ ਦਿਓ ਬ੍ਰਾਹਮਣ ਨੂੰ ਕਦੇ ਦੁੱਧ ਕਰੇਗੀ ਨਹੀਂ ਕਰੇਗੀ ਕੀ ਇਹ ਉਹ ਨਸਲ ਜੋ ਨਹੀਂ ਆਇਸ਼ਾ ਤੁਸੀਂ ਨਾ ਬੜਾ ਜ਼ਬਰਦਸਤ ਜਵਾਬ ਦਿੱਤਾ ਜੀ ਇਹ ਤੁਸੀਂ ਦੇਖੋ ਨਾ ਜੀ ਬਈ ਤੁਸੀਂ ਗੀਰਲੈਂਡੋ ਜਾਂ ਵਲੈਤੀ ਗਾਂ ਵਾਲਾ ਜੀ ਉਹ ਖੁਰਾਕ ਸ਼ੁਰੂ ਕਰ ਦਿਓ ਬ੍ਰਾਹਮਣ ਨੂੰ ਜੀ ਕਤਨ ਨਹੀਂ ਦੁੱਧ ਕਰਦੀ ਹੈ ਬੜੀ ਪੜ੍ਹੀ ਲਿਖੀ ਬੜੀ ਜ਼ਰੂਰਤ ਨਾਲ ਦੱਸ ਰਿਹਾ ਗੱਲ ਜੀ ਇਹ ਖੁਦਾ ਦਾ ਨਾਮ ਹੈ ਇਸਤੇਮਾਲ ਕਰਨ ਬੰਦੇ ਜੀ ਕਾੜੇ ਨੁਕਸਿਆਂ ਨੂੰ ਛੱਡ ਦਿਓ ਜੀ ਅੱਲਾ ਦਾ ਨਾਮ ਹੀ ਇਸ ਗੱਲ ਚਾਹੋ ਨਸਲ ਤੇ ਕੁਆਲਿਟੀ ਤੇ ਜ਼ੋਰ ਦਿਓ ਇਹਦੀ ਮਾਂ ਦਾ 10ਵੇਂ ਸੂਏ ਦੁੱਧ ਕਰ ਸਕਦੀ ਹੈ ਜੀ ਪਹਿਲਾ ਸੂਆ ਨਹੀਂ ਦੂਸਰਾ ਤੀਸਰਾ ਚੌਥਾ ਨਹੀਂ ਜੀ 10ਵਾਂ ਸੂਏ ਜੀ ਇਹਦੀ ਮਾਂ ਵੀ ਜਦੋਂ ਗਈ ਹੈ 5ਵਾਂ 6ਵਾਂ ਸੂਆ ਤਾਂ ਪੱਤੋਗੀ ਇਸੇ ਤਰ੍ਹਾਂ ਜਦੋਂ ਫਸਟ ਆਈ ਜੀ। ਹੈ ਭਾਈ ਜਾਨ ਜਦੋਂ ਤੱਕ ਕੁਆਲਿਟੀ ਤੇ ਜ਼ੋਰ ਨਹੀਂ ਦੇਣਗੇ ਜੀ ਉਸ ਟਾਈਮ ਤੱਕ ਜੀ ਕਦੇ ਦੁੱਧ ਵੀ ਨਹੀਂ ਹੋ ਸਕਦੇ ਹਮ। ਕਦੇ ਆਰਡਰ ਵੱਡੇ ਨਹੀਂ ਹੋ ਸਕਦੇ ਹਮ। ਇਹ ਬੜੀ ਇੱਕ ਦੇਖੋ ਨਾ ਤੁਹਾਨੂੰ ਇੱਕ ਬੜਾ ਸਵਾਲ ਦੱਸਿਆ ਹੈ ਜੀ ਬਈ ਵਲੈਤੀ ਗਾਂ ਤੇ ਗੀਰ ਗਾਂ ਵਾਲਾ ਜੀ ਉਹ ਇੰਜ ਕਰੋ ਤੁਸੀਂ ਬ੍ਰਾਹਮਣ ਨੂੰ ਦਿਓ ਜੀ ਬ੍ਰਾਹਮਣ ਨੂੰ ਬੂਸਟਰ ਲਾਓ ਬੋਸਟਨ ਲਾਉਣ ਜੇ ਬ੍ਰਾਹਮਣ ਦੁੱਧ ਜਾਵੇ ਵੱਧ ਜੀ ਤਾਂ ਮੈਂ ਝੂਠਾ ਜੀ ਜੇ ਦੁੱਧ ਹੋਵੇ ਕੁਆਲਿਟੀ ਤੇ ਨਸਲਾਂ 'ਚ ਜੀ ਜਿਹੜੇ ਬੰਦੇ ਮੈਨੂੰ ਸਵਾਲ ਪੁੱਛਦੇ ਨੇ ਉਹਨਾਂ ਨੂੰ ਅੱਗੋਂ ਮੈਂ ਪੁੱਛਦਾ ਯਾਰ ਇਹ ਮੱਝ ਲਈ ਕਿੱਥੋਂ ਹੈ ਜੀ ਯਾਰ ਕੋਈ ਪਤਾ ਨਹੀਂ ਚੁੱਪ ਜੀ ਇਹਦੀ ਮਾਂ ਦਾ ਉਹਨੇ ਕਿਹਾ ਜੀ ਅਸੀਂ ਤਾਂ ਮੰਡੀ ਚੋਂ ਮੁੱਲ ਲਈਏ ਜਾਂ ਮੈਂ ਕਿਸੇ ਪਿੰਡ ਚੋਂ ਲਈਏ ਜੀ ਉਹ ਭਾਈ ਜਾਨ ਜਦੋਂ ਤੱਕ ਪਟੀਗਰੀ ਸ਼ੀਟ ਇਹ ਡਿਗਰੀ ਨਹੀਂ ਹੋਏਗੀ ਜੀ ਤੁਹਾਡੀ ਉਸ ਟਾਈਮ ਤੱਕ ਕਾਮਯਾਬੀ ਵਾਲੇ ਪਾਸੇ ਨਹੀਂ ਜਾਣਾ ਜਦੋਂ ਹੀ ਇਹ ਨੁਕਸੇ ਕਾੜੇ ਜੀ ਨੁਕਸੇ ਵੀ ਇਹਦੇ ਚੈੱਕ ਕਰ ਲਓ ਜੀ ਇਹ 8 ਮਹੀਨੇ ਜੀ। 7 ਦਿਨ ਦਾ ਅੱਜ ਜ਼ਬਰਦਸਤ ਕਿੰਗ ਬਾਬਰ ਇਹਦਾ ਨਾਮ ਹੈ ਜੀ ਪਿਓ ਖੜਿਆ ਦਾਦੇ ਨੂੰ ਦੁਨੀਆ ਜਾਣਦੀ ਹੈ ਪੜਦਾਦੇ ਨੂੰ ਜਾਣਦੀ ਹੈ ਜੀ 6 ਨਸਲਾਂ ਦਾ ਪਤਾ ਹੈ ਇਹਦੀ ਜਿਹੜੀ ਬੂਆ ਹੈ ਜੀ ਉਹ ਫਿਰਦੌਸ ਸੀ ਨੇ ਉਹਨੂੰ ਕਿਹੜੇ ਕਾਣੇ 7 ਮਹੀਨੇ ਦਿੰਦਾ ਰਿਹਾ 7 ਮਹੀਨੇ ਨਹੀਂ ਤੁਸੀਂ ਚੁਆਈ ਕਰਾਈ ਇਸੇ ਤਰ੍ਹਾਂ ਤੁਸੀਂ ਵਿੱਚ ਨਹੀਂ ਹੁੰਦੇ ਥੇ ਜੀ ਉਹ ਇੱਕ ਦਿਨ ਕਾੜੇ ਨੁਕਸਿਆਂ 'ਚ ਦੁੱਧ ਨਹੀਂ ਭਾਈ ਜਾਨ ਕੁਆਲਿਟੀ ਤੇ ਨਸਲਾਂ ਤੇ ਜ਼ੋਰ ਦੇ ਅੱਛਾ ਇਸ ਮੈਂ ਮਾਨਾ ਥੋੜੀ ਜਨਰਲ ਗੱਲਾਂ ਕਰੀਏ ਜੀ ਇਹਦਾ ਤੁਸੀਂ ਬੜਾ ਅੱਛਾ ਦੋਸਤਾਂ ਨੂੰ ਦੱਸ ਦਿੱਤਾ ਕਿ ਜਦੋਂ ਤੱਕ ਜਾਨਵਰ ਦੀ ਬਰੀਡ ਨਹੀਂ ਉਹਨੂੰ ਉਹਦੇ ਕੋਲ ਤੁਸੀਂ ਖੁਰਾਕ ਦੇ ਨਾਲ ਉਹ ਕੰਮ ਨਹੀਂ ਲੈ ਸਕਦੇ ਅਗਰ ਉਸਦੀ ਨਸਲ ਹੈ ਫਿਰ ਖੁਰਾਕ ਵੀ ਕੰਮ ਕਰੇਗੀ ਸਾਰਾ ਕੁਝ ਫਿਰ ਹੀ ਹੋਏਗਾ ਅੱਛਾ ਇਸ਼ਾ ਇਹ ਜਿਹੜਾ ਬੱਚਾ ਹੈ ਇਸ ਦੀ ਉਮਰ ਤੁਸੀਂ ਦੱਸਿਆ 8 ਮਹੀਨੇ 7 ਦਿਨ 8 ਮਹੀਨੇ ਤੋਂ ਚੱਲਦਾ ਹੈ ਰਾਤੀ 10 ਵਜੇ ਹੋਏਗੀ 8 ਮਹੀਨੇ 7 ਦਿਨ ਰਾਤੀ 10 ਵਜੇ ਅੱਜ ਰਾਤ ਤੇ ਆਇਜ਼ਾ ਵੀ ਤੁਸੀਂ ਬੜਾ ਇਹਨਾਂ ਦਾ ਸ਼ਜਰਾ ਤੇ ਇੱਕ ਦਿਨ ਯਾਦ ਇਹ ਜਦੋਂ ਬੰਦੇ ਨੂੰ ਪਤਾ ਹੁੰਦਾ ਹੈ ਜੀ ਇਹ ਮੈਂ ਹੀ ਇਧਰ ਸੁਣੋ ਜੀ ਇਹੀ ਲੋਕ ਜਿਹੜੇ ਕਾੜੇ ਨੁਕਸੇ ਪੁੱਛਦੇ ਨੇ ਨਾ ਜੀ ਉਹਨਾਂ ਨੂੰ ਸਿਰਫ ਇਹੀ ਗੱਲ ਸਮਝਾਓ ਇਹਦਾ ਨਾਮ ਮੈਂ ਦੱਸ ਰਿਹਾ ਜੀ ਇਹਦੀ ਉਮਰ 8 ਮਹੀਨੇ 7 ਦਿਨ ਹੈ ਜੀ। ਰਾਤੀ 10 ਵਜੇ ਹੋਣੀ ਹੈ ਜੀ ਇਹਦੇ ਪਿਓ ਕੋਲ ਖੜਿਆ ਹੈ ਜੀ। ਇਹਦੇ ਦਾਦੇ ਦੀ ਮਾਂ ਦਾ ਇਹਦੇ ਪੜਦਾਦੇ ਦੀ ਮਾਂ ਦਾ ਇਹਦੀ ਭੈਣ ਦਾ ਇਹਦੀ ਬੂਆ ਦਾ ਇਹ ਤੁਸੀਂ ਮੈਨੂੰ ਝੋਟੀਆਂ ਬਾਰੇ ਪੁੱਛਿਆ ਹੈ। ਜੀ ਮੈਂ ਤੁਹਾਨੂੰ 20 ਝੋਟੀਆਂ ਦੇ ਰਿਕਾਰਡ ਮਾਵਾਂ ਦੇ ਦੱਸੇ ਨੇ ਇਸੇ ਤਰ੍ਹਾਂ ਅੱਛਾ ਇੱਕ ਜੇ ਮੈਨੂੰ ਪਤਾ ਹੀ ਨਾ ਹੋਵੇ ਜੀ ਜੇ ਮੈਨੂੰ ਉਸ ਤੇ ਕੰਮ ਨਸਲ ਤੇ ਕੀਤਾ ਹੀ ਨਾ ਹੋਵੇ ਤਾਂ ਮੈਨੂੰ ਪਤਾ ਕਿੱਥੋਂ ਆਉਣਾ था ਇਹ ਗੱਲ ਦੱਸਿਓ ਇਹ ਪਤਾ ਕਿਉਂ ਹੈ ਇਸ ਗੱਲ ਦੇ ਨਾਲ ਤੁਸੀਂ ਇਤਫਾਕ ਕਰਦੇ ਹੋ ਕਿ ਕਾੜੇ ਮਸਾਲਿਆਂ ਵਿੱਚ ਦੁੱਧ ਨਹੀਂ ਤੁਸੀਂ ਤੇ ਕਾੜੇ ਮਿਸਾਲਿਆਂ ਦੀ ਪੁੱਛਦੇ ਹੋ ਨਾ ਕੋਈ ਦੁੱਧ ਨਹੀਂ ਕਾੜੇ ਮਿਸਾਲਿਆਂ 'ਚ। ਅੱਛਾ ਯਾਦ ਰੱਖਣਾ ਕੁਆਲਿਟੀ ਹੈ ਨਸਲਾਂ ਹੀ ਦੁੱਧ ਹੈ ਇਹ ਜਿਹਨੂੰ ਇਹ ਦੱਸਾਂ ਨਾ ਜੀ ਉਹ ਮੈਨੂੰ ਲੱਖਾਂ ਲੋਕ ਸਵਾਲ ਕਰਦੇ ਨੇ ਯਾਰ ਮੈਨੂੰ ਮੀਆਂ ਅਤੀਕ ਨੇ ਪੁੱਛਿਆ था ਜੀ ਉਹ ਇਸ ਬੱਚੇ ਬਾਰੇ ਕਹਿੰਦੇ ਨੇ ਐਡਾ ਵੱਡਾ ਹੋ ਕਿਵੇਂ ਗਿਆ 7 ਮਹੀਨੇ 8 ਮਹੀਨੇ 7 ਦਿਨ ਦਾ ਉਹ ਇਹਦੇ ਬਾਰੇ ਪਰੇਸ਼ਾਨ ਨੇ ਹੁਣ ਜਿਨ੍ਹਾਂ ਨੇ ਵੇਖਿਆ ਹੀ ਕੁਝ ਨਹੀਂ ਜਿਨ੍ਹਾਂ ਕੀਤਾ ਹੀ ਕੁਝ ਨਹੀਂ ਉਹ ਭਾਈਜਾਨ ਇੱਥੇ ਹੀ ਘੁੰਮੇ ਰਹਿਣਗੇ ਇੱਥੇ ਨਾ ਘੁੰਮਣ ਉਹ ਨਸਲ ਤੇ ਕੁਆਲਿਟੀ ਤੇ ਜ਼ੋਰ ਦੇ ਇਹ ਬ੍ਰਾਹਮਣ ਵਾਲਾ ਮੈਂ ਦੱਸਿਆ ਹੈ ਨਾ ਜੀ ਗੀਰਲੈਂਡ ਵਾਲਾ ਤੇ ਵਲੈਤੀ ਵਾਲੀ ਖੁਰਾਕ ਉਹਨੂੰ ਸਾਰੀ ਦੇ ਕੇ ਦੇਖ ਲਓ ਜੀ ਅਗਰ ਉਹ ਦੁੱਧ ਵਧੇ ਮੈਨੂੰ ਫੜ ਲੈਣਾ ਜ਼ਬਰਦਸਤ ਜੇ ਉਹ ਦੁੱਧ ਨਹੀਂ ਵੱਧ ਸਕਦੀ ਨਾ ਗੀਰਲੈਂਡ ਤੇ ਵਲੈਤੀ ਦੇ ਵਿੱਚ ਇੱਕ ਅੱਲਾ ਨੇ ਨਸਲ ਪਾਈ ਹੈ ਨਸਲ ਬਾਈ ਨਸਲ ਗੋਰੇ ਨੇ ਕੰਮ ਕੀਤਾ ਹੈ ਕੁਆਲਿਟੀ ਤੇ ਕੰਮ ਕੀਤਾ ਹੈ ਤਾਂ ਦੁੱਧ ਇੰਨਾ ਉੱਪਰ ਗਿਆ ਹੈ ਮਤਲਬ ਇਹ ਹੈ ਕਿ ਅਗਰ ਬਰੀਡਰ ਅੱਛਾ ਹੋਏਗਾ ਬਰੀਡਰ ਸਭ ਤੋਂ ਪਹਿਲਾ ਹੈ ਹੀ ਬਰੀਡਰ ਜ਼ਬਰਦਸਤ ਅਗਰ ਬਰੀਡਰ ਨਹੀਂ ਮੈਂ ਇੱਕ ਗੱਲ ਦੱਸੋ ਮੈਨੂੰ ਇਹਦੇ ਇੰਨੇ ਪੈਸੇ ਮਿਲਦੇ ਨੇ ਜੀ ਅਗਰ ਇਸ ਤੋਂ ਬਾਅਦ ਇਹ ਰੱਖਣ ਦਾ ਮੈਂ ਨਾ ਸੋਚਦਾ ਜੀ ਤੇ ਮੈਂ ਪਾਗਲ ਹਾਂ ਵੀ ਇੰਨੇ ਪੈਸੇ ਨੂੰ ਠੁਕਰਾ ਦਿੱਤਾ ਇਹਨੂੰ ਕਿਉਂ ਕਾਬੂ ਕੀਤਾ ਹੈ
ਅੱਛਾ ਨੀਲੋ ਮਾਈ ਦਾ ਬੱਚੇ ਦਾ ਕਿਉਂ ਤੁਹਾਨੂੰ ਕਹਿ ਰਿਹਾ ਵੀ ਮੈਂ ਉਹ ਬਰੀਡਰ ਰੱਖ ਰਿਹਾ, ਉਹ ਬਾਈਜਾਨ ਬਰੀਡਰ ਦਾ ਬਹੁਤ ਬੜਾ ਅਸਰ ਹੈ। ਅੱਛਾ ਇਹ ਬੇਸ਼ੁਮਾਰ ਬੰਦਿਆਂ ਨੇ ਮੰਗਿਆ ਹੈ, ਜੀ ਕਿਉਂ ਨਹੀਂ ਦਿੱਤਾ? ਵੀ ਇਹਦੀ ਮਾਂ ਦਾ ਰਿਕਾਰਡ ਦਾ ਪਤਾ ਹੈ, ਇਹਦੀ ਭੈਣ ਤੁਹਾਡੇ ਪੀਡੀਐਫ ਵਿੱਚ ਹੋਈ ਗਈ ਹੈ ਫਿਰਦੌਸੀ ਨੂੰ, ਉਹਦਾ ਪਤਾ ਹੈ, ਇਹਦੀ ਭੈਣ ਦਾ ਪਤਾ ਹੈ, ਸਾਰੇ ਰਿਕਾਰਡਾਂ ਦਾ ਪਤਾ ਹੈ ਤਾਂ ਨਹੀਂ ਦੰਦਾ ਨਾ। ਅੱਛਾ ਉਹ ਟੀਪੀਆਈ ਦੀ ਗੱਲ ਜੇ ਤੁਸੀਂ ਪੁੱਛ ਰਹੇ ਹੋ ਨਾ ਗੋਰੇ ਦੀ, ਜੀ ਇਹ ਤੁਹਾਨੂੰ ਉਹ ਚੱਲਦੀ ਹੈ ਇਸ ਟਾਈਮ ਮੇਰੇ ਖਿਆਲ 28 28 30 32 ਐਵੇਂ। ਜੀ ਇਹ ਅਲਹਮਦੁਲਿਲਾ ਜੀ ਇਹ ਉਹ ਬੱਚਾ ਹੈ ਜਿਹਦੀ 35 ਤੋਂ ਉੱਤੇ 35.5 ਪੌਣੇ 18 ਦੀ ਚੁਆਈ ਕਰਾ ਗਿਆ, ਜੀ ਇਹ ਵੀ 35 ਤੋਂ ਉੱਪਰ ਹੈ। ਜ਼ਬਰਦਸਤ ਇਹਦੇ 'ਚ ਇਹ ਤੁਸੀਂ ਅੰਦਾਜ਼ਾ ਕਰੋ ਜੇ ਗੋਰੇ ਨੇ ਕੀਤਾ ਹੈ ਨਾ, ਜੀ ਇਹ ਅਸੀਂ ਵੀ ਕਰਕੇ ਦਿਖਾ ਦਿੱਤਾ ਹੈ। ਇਹ ਮੌਜੂਦ ਨੇ, ਇਹਦੀ ਮਾਂ ਦੀ 2013 ਦੀ ਹੈ, ਜੀ ਇਹਦੀ ਮਾਂ 2025 ਤੁਸੀਂ ਖੁਦ ਚੋਈ ਹੈ, ਇਹ ਜਿਹੜੀ ਪੀਡੀਐਫ ਵਿੱਚ ਹੋਈ ਗਈ ਹੈ। ਜੀ ਇਹ ਉਹ ਮੱਝ 10ਵੇਂ ਸੂਏ, ਜੀ ਅਗਰ ਇਹ ਰਿਕਾਰਡ ਕਰਕੇ ਜੀ ਗੋਰੇ ਨੂੰ ਜਿਵੇਂ ਗੋਰੇ ਕੀਤਾ ਹੈ, ਜੀ ਅਲਹਮਦੁਲਿਲਾ ਇਸ ਤੋਂ ਵੱਧ ਕਰਕੇ ਦਿਖਾਵਾਂਗੇ। ਅੱਛਾ ਆਇਸ਼ਾ ਤੁਸੀਂ ਬਰੀਡਰ ਸਿਲੈਕਸ਼ਨ ਕੀਤੀ, ਤੁਸੀਂ ਬਾਰ-ਬਾਰ ਇਸ ਤੇ ਮਾਂ ਦੇ ਦੁੱਧ ਦਾ ਹਵਾਲਾ ਦੇ ਰਹੇ ਹੋ, ਉਸ ਦੀ ਮਾਂ ਦਾ ਵੀ ਦੁੱਧ ਦਾ ਹਵਾਲਾ ਦੇ ਰਹੇ ਹੋ ਕਿ ਜਿਹੜੀ ਮੱਝ ਬਹੁਤ ਅੱਛਾ ਦੁੱਧ ਕਰਦੀ ਹੈ, ਬਰੀਡਰ ਬੱਚਾ ਉਸ ਤੋਂ ਸਿਲੈਕਟ ਕਰਨਾ ਚਾਹੀਦਾ ਜਾਂ ਦੁੱਧ ਤੋਂ ਇਲਾਵਾ ਵੀ ਕੋਈ ਚੀਜ਼ ਵੇਖਣੀ ਚਾਹੀਦੀ? ਦੁੱਧ ਤੋਂ ਇਲਾਵਾ ਪਹਿਲਾ ਰਿਕਾਰਡ ਹੈ ਦੁੱਧ, ਅੱਛਾ ਫਿਰ ਇਹ ਖੂਬਸੂਰਤੀ। ਅੱਛਾ ਅਗਰ ਮੱਝ ਦੇ ਦੱਸਣ ਲੱਗਾ 1-2 ਘੰਟੇ ਮੱਝ ਦੇ ਦੱਸਦੇ ਰਵਾਂ ਗੁਣ, ਜਿਹਨੂੰ ਗੁਣ ਕਹਿੰਦੇ ਹੋ। ਜੀ ਬਰੀਡਰ ਜਦੋਂ ਸਿਲੈਕਟ ਕੀਤਾ ਤੁਸੀਂ ਪਹਿਲੇ ਸਵਾਲ ਕੀਤਾ था, ਜੀ ਇੱਕ ਹੁੰਦਾ ਹੈ ਮਾਂ ਨਹੀਂ ਚੰਗੀ, ਮਾਂ ਚੰਗੀ ਹੈ ਤਾਂ ਪਿਓ ਨਹੀਂ ਚੰਗਾ, ਪਿੱਛੋਂ ਕਿਸੇ ਨਾ ਕਿਸੇ ਨਸਲ 'ਚ ਖਾਮੀ ਹੈ। ਜੀ ਜਦੋਂ ਤੁਹਾਨੂੰ ਇਹ ਜਿਵੇਂ ਮੈਂ ਦੱਸ ਰਿਹਾ ਜੀ ਬਈ ਇਹਦਾ ਬੱਚਾ ਕਿੰਗ ਹੈ, ਇਹ ਬਾਬਰ 3 ਹੈ, ਬਾਬਰ 2 ਹੈ, ਬਾਬਰ 1 ਹੈ, ਮਲਾਂਗੇ ਫਲਾਣੇ, ਜੀ ਇੱਕ ਗੱਲ ਯਾਦ ਰੱਖਣਾ। ਹੁਣ ਮਾਂ ਦੀ ਗੱਲ ਆ ਗਈ, ਜੀ ਮਾਂ ਦੇ ਅਗਾੜੀ 'ਚ ਕਿੰਨਾ ਦੁੱਧ ਹੈ? ਅਗਾੜੀ ਆਇਸ਼ਾ ਕਿੰਨੀ ਹੋਣੀ ਚਾਹੀਦੀ? ਅਗਾੜੀ ਮੱਝ ਦੀ ਘੱਟ ਤੋਂ ਘੱਟ ਵੀ ਜਿਹੜੀ ਦਾ ਬਰੀਡਰ ਸਿਲੈਕਟ ਕਰਨਾ 6 ਲੀਟਰ ਤੋਂ ਉੱਤੇ ਹੋ। ਅੱਛਾ ਹਾਂਜੀ 6 ਲੀਟਰ ਆਮ ਮੱਝਾਂ ਦੀ ਆਇਸ਼ਾ ਆਮ ਜਿਹੜੀ ਬਰੀਡਰ ਸਿਲੈਕਟ ਕਰਨਾ ਹੈ ਨਾ, ਜੀ ਬੇਸ਼ੁਮਾਰ ਦੀ ਅਸੀਂ ਚੋਈਆਂ ਨਹੀਂ ਹੈਗੀ। ਅੱਛਾ 6 ਲੀਟਰ ਅਗਾੜੀ ਹੋਣੀ ਚਾਹੀਦੀ? ਹੋਣੀ ਚਾਹੀਦੀ। ਦੂਜਾ ਪੁਆਇੰਟ ਆਇਸ਼ਾ ਦੱਸੋ। ਦੂਸਰਾ ਪੁਆਇੰਟ, ਮੱਝ ਇੰਨਾ ਲੰਬਾ ਦੁੱਧ ਪਿਲਾਵੇ। ਜੀ ਇਹ ਫਿਰਦੌਸੀ ਨੂੰ 11 ਮਹੀਨੇ ਦਾ ਦੁੱਧ ਪਿਲਾਇਆ था, ਜੀ ਫਿਰਦੌਸੀ ਨੂੰ 11 ਅਸੀਂ ਰਿਕਾਰਡ ਕਰਵਾਇਆ ਸੀ ਅੱਗੇ ਦਾ 7 ਮਹੀਨੇ ਤੁਸੀਂ ਰਿਕਾਰਡ ਚੋਂ ਆਇਆ, ਜੀ 4 ਮਹੀਨੇ 2 ਦਿਨ ਦੀ ਸੂਈ ਸੀ, 11ਵੇਂ ਮਹੀਨੇ 11 ਮਹੀਨੇ 2 ਦਿਨ ਬਾਅਦ ਉਹਨੇ 25 ਕਿਲੋ ਦੁੱਧ ਕੀਤਾ। ਜ਼ਬਰਦਸਤ ਹੋ ਗਿਆ। ਇਹ ਯਾਦ ਹੈ? ਜੀ ਲੰਬਾ ਦੁੱਧ ਪਿਲਾਵੇ, ਜੀ ਅਗਾੜੀ ਇੰਜ ਹੋਵੇ, ਸਾੜੂ ਨਾ ਲੱਗੇ, ਮੱਝ ਮਿੱਠੀ ਐਨੀ ਹੋਵੇ, ਬੱਚਾ ਜ਼ਾਇਆ ਹੋ ਜੇ, ਬੱਚਾ ਪਰਲੀ ਸਾਈਡ ਤੇ ਕਰਨਾ ਪੈ ਜੇ, ਜੀ ਇੰਜ ਮਿਲੇ ਜੀ ਤੇ ਸਾੜੂ ਨਾ ਲੱਗੇ, ਮੱਝ ਲੰਬਾ ਦੁੱਧ ਪਿਲਾਵੇ, ਮਿੱਠੀਆਂ ਹੋਣ, ਲੱਤ ਅਗਰ ਉਂਝ ਫਿਰ ਦੱਸਣ ਲੱਗਾ ਤਾਂ ਭਾਈਜਾਨ ਦੱਸੋ ਆਇਸ਼ਾ ਦੱਸੀ ਜਾਓ। ਸੁਣੋ, ਮੱਝ ਦੀ ਲੰਬਾਈ ਪੂਰੀ ਹੋਵੇ, ਅੱਛਾ ਲੱਤ ਐਡੀ ਹੋਵੇ। ਜਦੋਂ ਬਰੀਡਰ ਸਿਲੈਕਟ ਕਰਨਾ ਹੈ ਨਾ, ਜੀ ਜਿੰਨਾ ਬਰੀਡਰ ਚ ਤਾਕਤ, ਜੂਰਤ, ਅਕਲ, ਜੀ ਤਾਕਤ ਲਾਵੇ ਪੈਸੇ ਨਾਲ, ਜੀ ਅਕਲ ਜਿੰਨੀ ਇਸਤੇਮਾਲ ਕਰ ਸਕਦਾ ਹੈ ਜੀ ਓਨੀ ਕਰੇ। ਉਸ ਮੱਝ ਦੀ ਜੀ ਹਰ ਸ਼ੈ ਨੂੰ ਚੈੱਕ ਕਰੇ, ਜੀ ਸੂ ਤੱਕ ਚੈੱਕ ਕਰੇ, ਬਿਦਾਮ ਜਿੱਦੀ ਹੋਵੇ 10 ਸੂਵੇ ਸੂਲੇ ਮੱਝ, ਸੂ ਨਾ ਆਪਣੀ ਵਧਾਵੇ। ਜੀ ਮੱਝ ਇੰਨਾ ਰਿਕਾਰਡ ਕਰੇ ਜੀ ਜਿਵੇਂ ਜਿਵੇਂ ਸੂਏ 'ਚ ਪੈਂਦੀ ਜਾਵੇ। ਜੀ ਜੀ ਇਹਦੀ 10ਵੇਂ ਸੂਏ ਨਹੀਂ ਮਾਂ ਨੇ ਰਿਕਾਰਡ ਕੀਤਾ, ਸਭ ਦੁਨੀਆ ਦੇ ਸਾਹਮਣੇ ਨਹੀਂ, ਜੀ ਸਾਰਿਆਂ ਦੇ ਸਾਹਮਣੇ ਹੈ ਨਾ। ਜੀ ਪੂਰੀ ਅਗਰ ਮੱਝ ਦਾ ਬਰੀਡਰ ਸਿਲੈਕਟ ਕਰਨਾ ਹੈ, ਗੋਰਾ ਨਾ ਜੀ 5000 ਗਾਂ ਇੱਕ ਫਾਰਮ 'ਚ ਇੱਕ ਜੈਸੀ ਨਹੀਂ ਕਰ ਸਕਦਾ। ਜੀ ਉਹ ਕਹਿੰਦਾ ਜਿਹੜਾ ਬਰੀਡਰ ਹੈ ਨਾ, ਜੀ ਉਹਦੇ ਤੇ ਮੈਂ ਪੂਰਾ ਅਕਲ, ਪੂਰੀ ਦੁਨੀਆ ਦੀ ਮੈਂ ਹਰ ਸ਼ੈ ਉਸ ਤੇ ਇਸਤੇਮਾਲ ਕਰਾਂਗਾ, ਜੀ ਪੈਸਾ ਵੀ ਕਰਾਂਗਾ, ਅਕਲ ਵੀ ਕਰਾਂਗਾ, ਕਮ ਸੇ ਕਮ ਬੇਸ਼ੁਮਾਰ ਸਾਲਾਂ ਦਾ ਰਿਕਾਰਡ ਵੀ ਉਹਦੇ ਵਿੱਚ ਸ਼ਾਮਲ ਹੋਏਗਾ, ਤਾਂ ਜਾ ਕੇ ਬਰੀਡਰ ਸਿਲੈਕਟ ਕਰੇ। ਅੱਛਾ ਆਇਸ਼ਾ ਇਹ ਆਖਿਆ ਤੇ ਜਾਂਦਾ ਹੈ ਕਿ ਜਾਨਵਰ ਜਿਵੇਂ ਮੱਝ ਜਿਹੜੀ ਤੀਸਰੇ ਔਰ ਚੌਥੇ ਸੂਬੇ ਤੱਕ ਪੀਕ ਤੇ ਦੁੱਧ ਦਿੰਦੀ ਹੈ, ਹਾਂ ਐਂਡ ਪੰਜਵੇਂ ਤੋਂ ਬਾਅਦ ਜਾਨਵਰ ਜਿਹੜਾ ਹੈ ਉਹਦੀ ਪ੍ਰੋਡਕਸ਼ਨ ਕਰਨੀ ਸ਼ੁਰੂ ਸਭ ਗਲਤ ਹੈ, ਸਭ ਗਲਤ ਹੈ। ਮੱਝ ਤਾਂ ਹਰ ਸੂਏ ਉਹ ਕਰਦੀ ਰਹਿੰਦੀ ਹੈ। ਇਹਦਾ ਵੀ ਸਵਾਲ ਦਾ ਇੱਕ ਮਸਲਾ ਹੱਲ ਕਰ ਦਵਾਂ ਜੇ ਸਾਡੇ ਲੋਕ ਇਸ ਗੱਲ ਤੇ ਵੀ ਗੌਰ ਕਰਨ। ਮੱਝ ਚਮਕੀਲੀ ਸੂਈ ਹੈ, 13ਵਾਂ ਸੂਆ ਦੇਖੀਏ ਤੁਸੀਂ, ਜੀ 13ਵਾਂ ਸੂਆ ਸੂਈ, ਇਹਦੀ ਮਾਂ ਦਾ 10ਵੇਂ ਸੂਏ ਦਾ ਦਿਖਾਇਆ, ਜੀ ਹੁਣ 13ਵੇਂ ਸੂਏ ਦਾ ਦਿਖਾਵਾਂਗਾ। ਅੱਛਾ ਆਇਸ਼ਾ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਮੱਝ ਹੈ ਅੱਛੀ ਮੱਝ ਉਹ ਕਿੰਨੇ ਸੂਏ ਚੱਲ ਜਾਂਦੀ ਹੈ? ਬਾਈਜਾਨ ਚੱਲ ਤਾਂ ਬੜੇ ਜਾਂਦੀ ਹੈ, ਹੁਣ ਉਹ ਅਗਰ ਇੰਜ ਨਹੀਂ ਸਮਝ ਆਏਗੀ। ਅੱਗੇ ਮੱਝ ਸਾਡੇ ਕਹਿੰਦੇ ਤੇ 4 ਮਹੀਨਿਆਂ ਬਾਅਦ ਕਰੋੜ ਹੈ, ਤੁਸੀਂ ਗੱਲ ਕੀਤੀ ਹੈ। ਜੀ ਫਿਰ 2 ਸੀ ਇਹਨਾਂ ਨੇ 11ਵੇਂ ਮਹੀਨੇ ਕਿਉਂ ਦੁੱਧ ਜਾ ਕੇ 5 ਕਿਲੋ ਕੀਤਾ। 7 ਮਹੀਨੇ ਤੁਸੀਂ ਚੋਈ ਹੈ, 4 ਮਹੀਨੇ 2 ਦਿਨ ਦੀ ਸੂਈ ਹੋਈ ਸੀ। ਉਹਦਾ ਸਵਾਲ ਦਾ ਮਸਲਾ ਤੁਹਾਡੇ ਕੋਲ ਜਵਾਬ ਆ ਗਿਆ। ਜੀ ਲੰਬਾ ਦੁੱਧ ਇਹਦੀ ਮਾਂ 10ਵੇਂ ਸੂਏ ਸੂਈ ਹੈ, ਜੀ ਪੌਣੇ 52 ਕਿਲੋ ਦੁੱਧ ਕੀਤਾ ਹੈ। ਹੁਣ 13ਵੇਂ ਸੂਏ ਸੂਈ ਹੈ, ਚਮਕੀਲੀ, ਜੀ ਬੜੀ ਪੁਰਾਣੀ ਮੱਝ ਹੈ। ਉਹ ਮੱਝ ਹੈ ਜਿਹਦਾ ਪੱਤੋ ਕਹਿ ਲਿਆ
2011-12 ਚ ਉਹਨਾਂ ਨੇ ਰਿਕਾਰਡ ਲਾ ਦਿੱਤਾ ਤਾਂ ਵੀ ਅਸੀਂ ਖਰੀਦ ਕਰ ਲਈਏ। ਉਹ ਨੈਟ ਤੇ ਵੀਡੀਓ ਮੌਜੂਦ ਹੈ, ਸਭ ਨੂੰ ਪਤਾ ਹੈ। ਹੁਣ ਉਹਦਾ ਦਿਖਾ ਦੇਵਾਂਗਾ। ਜਦੋਂ ਅਗਰ ਉਹ ਮਾਈ ਦੁੱਧ ਕਰਦੀ ਏ, ਮਿਸਾਲ ਹੈ, ਫਿਰ ਲੋਕਾਂ ਦਾ ਸਵਾਲ ਖਤਮ ਹੋਣਾ ਚਾਹੀਦਾ ਹੈ। ਇਹਦੀ ਮਾਂ ਨੇ 10ਵੇਂ ਸੂਏ ਦੁੱਧ ਕੀਤਾ ਹੈ, ਲੋਕਾਂ ਦਾ ਸਵਾਲ ਖਤਮ ਹੋ ਗਿਆ ਹੈ। ਇਹਦੀ 5ਵੇਂ ਸੂਏ ਮੱਝ ਪੱਤੋ ਕੀ ਦੁੱਧ ਕੀਤਾ ਹੈ, ਲੋਕਾਂ ਦਾ 5ਵਾਂ ਮੇਰੇ ਖਿਆਲ 6ਵਾਂ ਥਾ। ਇਹਨਾਂ ਉਸ ਟਾਈਮ ਰਿਕਾਰਡ ਗੱਲ ਜਵਾਬ ਖਤਮ ਹੋ ਗਿਆ। ਬੱਚੇ ਦਾ ਬਰੀਡਰ ਦਾ ਪੁੱਛਿਆ, ਸਾਰਾ ਕੁਝ ਉਹ ਦੱਸ ਦਿੱਤਾ ਹੈ। ਕਾੜਿਆਂ ਤੇ ਜ਼ੋਰ ਨਾ ਦੇਣ, ਨਸਲਾਂ ਤੇ ਜ਼ੋਰ ਦੇਣ। ਭਾਈ ਸਾਹਿਬ ਐਨ ਤੇ ਕੋਈ ਆਪਣੇ ਚਾਹਣ ਵਾਲਿਆਂ ਨੂੰ ਕੋਈ ਮੈਸੇਜ ਦੇਣਾ ਚਾਹੋ? ਇਹ ਮੈਸੇਜ ਇੱਕ ਤਾਂ ਸਲਾਮ ਮੈਂ ਸਾਰਿਆਂ ਨੂੰ, ਜਿੰਨੇ ਲੋਕ ਬਾਹਰ ਬੈਠੇ ਨੇ, ਬਾਹਰ ਬੜੇ ਲੋਕ ਕਾਲਾਂ ਕਰਦੇ ਨੇ, ਸਲਾਮ ਗੱਪਾਂ ਜਿਵੇਂ ਮੱਝ ਦੇ ਬਾਰੇ ਪੁੱਛਦੇ ਨੇ ਕਿ ਇੰਡੀਆ ਹੋ ਗਿਆ ਕਿ ਸਿੰਧ ਹੋ ਗਿਆ। ਸਾਡੇ ਜਿੰਨੇ ਇਹ ਜਿਹੜੇ ਦੁੱਧ ਬਾਰੇ ਪੁੱਛਦੇ ਨੇ, ਇਹ ਦੋ ਸਾਹਮਣੇ ਵਿਖਾ ਦਿੱਤੇ ਨੇ। ਜਿਹੜੇ ਪੁੱਛਦੇ ਨੇ ਨਾ ਦੁੱਧ ਬਾਰੇ, ਇਹਨਾਂ ਦੇ ਵਿੱਚ ਜ਼ੋਰ ਦਿਓ। ਇਹਨਾਂ ਦੀ ਇਹ ਕੰਮ ਕਰਨ, ਦੁੱਧ ਪੁੱਛ ਰਹੇ ਨੇ ਨਾ, ਇਹਦੀ ਮਾਂ ਦਾ ਵੇਖ ਲੈਣ, ਇਹਦੀ ਦਾਦੀ ਦਾ ਵੇਖ ਲੈਣ, ਪੜਦਾਦੀ ਦਾ ਵੇਖ ਲੈਣ, ਇਹਦੀ ਮਾਂ ਦਾ 10ਵੇਂ ਸੂਏ ਦਾ ਦੇਖ ਲੈਣ, ਇਹਦੀ ਭੈਣ ਦਾ ਦੇਖ ਲੈਣ, ਇਹਦੀ ਬੂਆ ਦਾ ਦੇਖ ਲੈਣ, ਇਹਦੀ ਚਮਕੀਲੀ ਦਾ, ਪੂਰੀਆਂ ਨਸਲਾਂ। ਤੁਸੀਂ ਕੱਟੀ ਦਾ ਪੁੱਛਿਆ ਹੈ, ਤੁਸੀਂ ਕੱਟੀ 10-15 ਕੱਟੀਆਂ ਦਾ ਪੁੱਛਿਆ, ਤੁਹਾਨੂੰ ਸਾਰਾ ਦੱਸਿਆ ਹੈ। ਇਸ ਚੀਜ਼ ਤੇ ਜ਼ੋਰ ਦੇਣ। ਜਦੋਂ ਇਹ ਹੋਏਗਾ, ਇੱਕ ਗੱਲ ਨੂੰ ਸੌਖਾ ਕੰਮ ਭਾਲਦੇ ਨੇ। ਸੁਬਹ ਮੱਝ ਲੈ ਆਈਏ, ਜਦੋਂ ਮੱਝ ਆ ਜਾਵੇ 9 ਵਜੇ ਮੱਝ ਆਵੇ, 10 ਵਜੇ ਹੀੜ ਚ ਆ ਜੇ, 11 ਵਜੇ ਕਰਾਸ ਹੋ ਜੇ, 3 ਵਜੇ ਸੂ ਪਵੇ, ਸ਼ਾਮੀ ਵੇਚ ਕੇ ਅਸੀਂ ਬਰੀਡਰ ਬਣ ਜਾਈਏ। ਬਰੀਡਰ ਵੀ ਬਣ ਜਾਈਏ, ਕੱਟਾ ਵੀ ਵੇਚ ਲਈਏ, ਦੁੱਧ ਵੀ ਵੇਚ ਕੇ ਨਫਾ ਆ ਜੇ। ਇੰਜ ਨਹੀਂ ਹੁੰਦਾ ਭਾਈਜਾਨ। ਜਦੋਂ ਮਿਹਨਤ ਕਰਦਾ ਹੈ, ਅੱਲਾ ਕਿਸੇ ਦੀ ਮਿਹਨਤ ਜ਼ਾਇਆ ਨਹੀਂ ਕਰਦਾ। ਜਦੋਂ ਮਿਹਨਤ ਕਰੇਗਾ, ਫਿਰ ਇਹ ਗੱਲ, ਮੈਨੂੰ ਬੇਸ਼ੁਮਾਰ ਬੰਦੇ ਹੈਰਾਨ ਨੇ, ਯਾਰ ਇਹਦੀ 8 ਮਹੀਨੇ 7 ਦਿਨ ਉਮਰ ਹੈ। ਉਹ ਮੈਂ ਬੜਾ ਹੈਰਾਨ ਹੁੰਨਾ। ਮੈਂ ਇਸ ਵੇਲੇ ਦੀ ਗਰੋਥ ਬੜੀ ਜ਼ਬਰਦਸਤ ਹੈ। ਥੋੜਾ ਜਿਹਾ ਦਾ ਨਸਲ ਦੇ ਨਾਲ ਕੋਈ ਫੀਡਿੰਗ ਫੂਡਿੰਗ ਵੀ ਸਪੈਸ਼ਲ ਕੀਤੀ ਹੋਈ ਨਹੀਂ ਦੁੱਧ ਵਗੈਰਾ ਭਾਈਜਾਨ? ਹਾਂ, ਫੀਡਿੰਗ ਇਧਰ ਸੁਣ, ਇਹਦੀ ਲੱਤ ਦਿਖਾਓ। ਇਹਦੀ ਲੱਤ ਤਾਂ ਫੀਡਿੰਗ ਨਾਲ ਚੌੜੀ ਨਹੀਂ ਹੁੰਦੀ। ਇਹਦਾ ਇਹ ਤਾਂ ਚੌੜਾ ਫੀਡਿੰਗ ਨਾਲ ਨਹੀਂ ਹੁੰਦਾ। ਇਹਦੀ ਲੰਬਾਈ ਤਾਂ ਚੌੜੀ ਨਹੀਂ ਹੁੰਦੀ। ਇਹਦਾ ਸਿਰ ਤੇ ਐਡਾ ਚੌੜਾ ਲੱਗ ਰਿਹਾ, ਇਹ ਤਾਂ ਨਹੀਂ ਹੁੰਦਾ। ਇਹਦੀ ਅੱਖ ਉਹਦੇ ਨਾਲ ਤਾਂ ਨਹੀਂ ਹੁੰਦੀ ਫੀਡ ਨਾਲ। ਉਹ ਬਈ ਅੱਲਾ ਦਾ ਨਾਂ ਹੈ, ਇਹਦੀ ਇਸ ਤੇ ਗੌਰ ਕਰੋ। ਇਸ ਬੱਚੇ ਤੇ ਹੀ ਗੌਰ ਕਰ ਲੈਣ। ਇਸ ਬੱਚੇ ਤੇ ਜਦੋਂ ਗੌਰ ਕਰੋਗੇ ਨਾ, ਤੁਹਾਡਾ ਮਸਲਾ ਹੱਲ ਹੋ ਜਾਏਗਾ। ਫਿਰ ਵੀ ਮਸਲਾ ਹੱਲ ਨਾ ਹੋਵੇ, ਇਹਦੀ ਮਾਂ ਨੂੰ ਵੇਖ ਲੈਣ, ਇਹਦੀ ਬੂਆ ਨੂੰ ਵੇਖ ਲੈਣ, ਇਹਦੀ ਪਿਓ ਇਹਨੂੰ ਵੇਖ ਲੈਣ। ਇਹ ਪੂਰੀਆਂ ਨਸਲਾਂ, ਆ ਲੱਖੀ ਝੋਟੀ ਨੂੰ ਦੇਖ ਲੈਣ, ਚਮਕੀਲੀ ਨੂੰ ਦੇਖ ਲੈਣ, ਕੁੰਡੀ ਨੂੰ ਦੇਖ। ਅਗਰ ਮੈਂ ਉਲਟੀ ਕੀ ਦੱਸਾਂ ਤਾਂ ਮੇਰੇ ਗੱਲ, ਮੈਨੂੰ ਇਹ ਗੱਲ ਸੁਣ, ਇਹ ਨੁਕਸਿਆਂ ਦਾ ਪੁੱਛਦੇ ਨੇ, ਇੱਕ ਸਵਾਲ ਉਹਨਾਂ ਨੂੰ ਹੋਰ ਹੱਲ ਤੁਹਾਡਾ ਕਰ ਦੇਵਾਂ। ਜਿਹੜਾ ਪੁੱਛਦਾ ਮੇਰੇ ਕੋਲ ਆ ਜਾਣ। ਜੇ ਮੈਂ ਜਿੰਨੇ ਮੱਝਾਂ ਖੜੀਆਂ ਨੇ, ਸਭ ਦਾ ਰਿਕਾਰਡ ਦੱਸਾਂ, ਸਭ ਦਾ ਪਿਓਆਂ ਦੀ ਮਾਂ ਦੱਸਾਂ, ਉਹਨਾਂ ਦੀਆਂ ਮਾਵਾਂ ਦੱਸਾਂ, ਇਕੱਠੀਆਂ ਸਾਰੀਆਂ ਦਾ ਸ਼ੀਰਾ ਦੱਸਾਂ, ਫਿਰ ਠੀਕ ਹੈ। ਫਿਰ ਤਾਂ ਰਿਕਾਰਡ ਕੋਈ ਹੱਲ ਨਹੀਂ। ਅੱਛਾ ਆਈ ਸਾਹਿਬ, ਅੱਗੇ ਮੇਰੇ ਨਾਲ ਇੱਕ ਦੋ ਸਵਾਲ ਨੇ ਜੀ। ਅੱਛਾ, ਇਹ ਤੁਸੀਂ ਨਾ ਕੁਝ ਵੀਡੀਓ ਦੇ ਵਿੱਚ ਦੁੰਨੀ ਔਰ ਕੋਲੀ ਦਾ ਜ਼ਿਕਰ ਕਰਦੇ ਹੋ ਕਿ ਜਾਨਵਰ ਦੀ ਦੁੰਨੀ ਨਹੀਂ ਹੋਣੀ ਚਾਹੀਦੀ, ਕੋਲੀ ਵੱਡੀ ਨਹੀਂ ਹੋਣੀ ਚਾਹੀਦੀ। ਕਿਆ ਇਹ ਵੱਡੀ ਕੋਲੀ ਵਾਲਾ ਜਾਨਵਰ ਦੁੱਧ ਨਹੀਂ ਕਰਦਾ? ਜਦੋਂ ਮੱਝ ਨੂੰ 100% ਦਿੱਤੇ ਗਏ ਨੇ ਨਾ, ਇਹ ਮਸਲਾ ਅੱਜ ਹੱਲ ਕਰ ਦਵਾਂ। 100% ਮੱਝ ਨੂੰ ਦਿੱਤੇ ਗਏ ਨੇ, 50% ਸਿਰਫ ਆਰਡਰ ਤੇ ਲਿਖਾ ਲੱਗ ਗਿਆ था। ਅੱਛਾ, 50% ਆਰਡਰ ਨੂੰ, ਹੁਣ ਬਚ ਕੇ 50 ਪੁਆਇੰਟ। 1% ਅੱਖ ਨੂੰ ਦਿੱਤਾ ਹੈ, 1% ਸਿੰਘਾਂ ਨੂੰ ਦਿੱਤਾ ਹੈ, ਨਾਸਾਂ ਨੂੰ ਦਿੱਤਾ ਹੈ, ਲੰਬਾਈ ਨੂੰ ਦਿੱਤਾ ਹੈ। ਇਹ ਚੌੜਾ ਇੱਕ ਆਰਡਰ, ਦੁੰਨੀ, ਕੋੜੀ, ਪੂਛੜ, ਸੂ, ਪੂਰਾ ਪੈਰ, ਸਿਰ ਤੇ ਵਾਲ, ਗੋਡਿਆਂ ਤੇ ਪੂਰਾ ਇੱਕ ਮੱਝ ਦਾ ਦੱਸਿਆ ਗਿਆ। ਮੇਰਾ ਭਾਈ ਉਹ ਚੀਜ਼ਾਂ ਮਾਮੂਲੀ ਨੇ। ਉਸ ਤੇ ਜ਼ੋਰ ਕਰ, ਕਿਸਾਨ ਦਾ ਬੇੜਾ ਗਰਕ ਇਸੇ ਵਜ੍ਹਾ ਤੋਂ ਹੁੰਦਾ ਹੈ। ਉਹ ਖੁਦਾ ਵਾਸਤੇ ਸਾਨੂੰ ਪਤਾ ਕੀ ਕਰਿਆ, ਜਿਨ੍ਹਾਂ ਕੋਲ ਆਰਡਰ ਨਹੀਂ ਬਚੇ ਉਹਨਾਂ ਨੂੰ ਗੁੱਸਾ ਲੱਗਦਾ ਹੈ ਗੱਲ ਦਾ। ਜਿਨ੍ਹਾਂ ਕੋਲ ਆਰਡਰ ਨਹੀਂ ਬਚੇ ਉਹ ਘੁਮਾਉਂਦੇ ਨੇ ਕਿੱਥੇ, ਅੱਖ ਵੇਖ ਲਓ, ਅੱਖ ਹੀ ਦੁੱਧ ਹੈ। ਮੇਰੇ ਇੱਕ ਸਵਾਲ ਹੈ ਤੁਹਾਡੇ ਨਾਲ, ਅੱਖ ਹੀ ਦੁੱਧ ਹੈ? ਨਹੀਂ। ਸਿੰਘ ਹੀ ਦੁੱਧ ਹੈ? ਨਹੀਂ। ਨਾਸਾਂ ਹੀ ਦੁੱਧ ਹੈ? ਨਹੀਂ। ਮੱਝ ਦੀ ਧੁੰਨੀ ਚ ਦੁੱਧ ਹੈ, ਕੋੜੀ ਦੁੱਧ ਹੈ। ਉਹ ਭਾਈ ਖੁਦਾ ਵਾਸਤੇ ਲੋਕਾਂ ਨੂੰ, ਕਿਸਾਨਾਂ ਨੂੰ ਮਾਰਨ ਨਾ। ਕਿਸਾਨ ਦਾ ਫਾਇਦਾ ਹੈ ਪਹਿਲਾ ਪੁਆਇੰਟ ਦੱਸਣ, ਆਰਡਰ, ਫਿਰ ਅਗਲੀਆਂ ਗੱਲਾਂ ਕਰਨ। ਜਿਹੜਾ ਪਹਿਲਾ ਪੁਆਇੰਟ ਆਰਡਰ ਹੈ, ਜਿਹੜੇ ਦੋਸਤ ਹੁਣ ਆਰਡਰਾਂ ਤੇ ਲੱਗ ਗਏ ਨੇ, ਅੱਜ ਉਹਨਾਂ ਦਾ ਨਾਂ ਵੀ ਹੋ ਰਿਹਾ ਹੈ, ਅੱਜ ਉਹਨਾਂ ਨੂੰ ਇੱਜ਼ਤ ਵੀ ਮਿਲ ਰਹੀ ਹੈ। ਮੇਰੇ ਇੱਕ ਸਵਾਲ ਹੈ, ਬੇਸ਼ੁਮਾਰ ਜ਼ਿਲ੍ਹਿਆਂ ਦੋਸਤਾਂ ਨੇ ਇਸਤਕਬਾਲ ਮੇਰੇ ਕੀਤੇ ਨੇ, ਕਿਸ ਵਜ੍ਹਾ ਤੋਂ ਕੀਤੇ ਨੇ? ਖੂਬਸੂਰਤ ਮੱਝਾਂ ਪਿੱਛੇ ਕੀਤੇ ਨੇ ਜਾਂ ਰਿਕਾਰਡ ਦੇਖ ਕੇ ਕੀਤੇ ਨੇ? ਉਹ ਭਾਈ ਅੱਲਾ ਦਾ ਨਾਂ ਹੈ, ਲੋਕਾਂ ਨੂੰ ਇੱਥੇ ਨਾ ਘੁਮਾਉਣ। ਜਿਨ੍ਹਾਂ ਕੋਲ ਆਰਡਰ ਨਹੀਂ ਬਚੇ, ਉਹਨਾਂ ਨੇ ਕੀ ਕੀਤਾ ਹੈ, ਉਹਨਾਂ ਨੇ ਬੰਦਿਆਂ ਨੂੰ ਘੁਮਾ ਦਿੱਤਾ।
ਨਹੀਂ, ਅੱਖ 'ਚ ਜੀ ਆਈ ਦੁੰਨੀ ਕੌੜੀ ਜੀ ਆਈ ਸਭ ਕਹਿੰਦੇ ਨੇ ਕਿ ਜਾਨਵਰ ਦਾ ਦੁੱਧ ਦਾ ਉਸ ਦੇ ਹਵਾਲੇ ਨਾਲ ਕੋਈ ਤਲਕ ਨਹੀਂ ਹੁੰਦਾ। ਦੁੱਧ ਦਾ ਨਹੀਂ ਨਹੀਂ ਕਿਉਂ ਨਹੀਂ ਤਲਕ ਹਵਾਨੇ ਨਾਲ ਆਰਡਰ ਹੈ ਤਲਕ ਹੈ ਫਰਲੈਂਡੋ ਵੇਖੋ ਹੈ ਨਾ ਜੀ ਬਈ ਆਰਡਰ ਦਾ ਕੋਈ ਆਰਡਰ ਦਾ ਬਹੁਤ ਬੜਾ ਤਲਕ ਹੈ। ਅੱਛਾ ਤੁਸੀਂ ਗੀਰ ਲਾਉਂਡੋ ਪਿੱਛੇ ਕਿਉਂ ਪਏ ਨੇ ਲੋਕ ਜੀ ਉਹ ਸਾਡਾ ਜਰਸੀ ਵਾਲੀ ਗਾਂ ਪਿੱਛੇ ਕਿਉਂ ਪਏ ਨੇ ਜੀ ਬਲੈਤੀ ਪਿੱਛੇ ਕਿਉਂ ਪਏ ਨੇ ਉਹਨਾਂ ਦੇ ਆਰਡਰ ਨਾ ਹੋਣ ਜੀ ਅੱਜ ਦੁਨੀਆ ਮੈਨੂੰ ਕੱਢ ਕੇ ਜੀ ਅੱਜ ਪਾਕਿਸਤਾਨ ਵਾਲੇ ਕੱਢ ਕਰਕੇ ਗੀਰ ਲਾਉਂਡੋ ਬੇਸ਼ੁਮਾਰ ਸੀਮਨ ਲੈ ਜੀ ਉਹ ਸਾਡੇ ਹੁਣ ਬੁੱਲ ਬਾਹਰੋਂ ਮੰਗਾਉਣ ਲੱਗ ਪਏ ਲੋਕ ਜੀ ਪਤਾ ਹੈ ਨਾ ਜੀ तो भाईजान अगर आर्डर नहीं जी तो क्यों काम कर रहे हैं उसते आज मुस्तकबिल च हर बंदे ने वलैती गां क्यों रखी है ब्राह्मण रख लेन ਉਹਦੇ ਕੋਲ ਦੁੱਧ ਲੈਣ ਉਹ ਭਾਈ ਆਰਡਰ ਦਾ ਬਹੁਤ ਬੜਾ ਅਸਰ ਇਹ ਨਾ ਕਹਿਣ ਆਰਡਰ ਤਾਂ 50% ਦੇ ਦਿੱਤੇ ਨੇ ਗੋਰੇ ਨੇ ਬਾਕੀ ਗੱਲਾਂ 'ਚ ਗਿਣਿਆ ਇਹ ਨਾਸਾਂ ਤੋਂ ਅੱਖ ਤੋਂ ਸਿੰਘ ਵੈਸੇ ਆਈ ਸਭ ਜਦੋਂ ਵੀ ਮੱਝ ਵੇਖਣ ਜਾਓ ਨਾ ਹਾਂ ਤੇ ਪਹਿਲੇ ਆਰਡਰ ਹੀ ਉਸ ਦਾ ਵੇਖਿਆ ਜਾਂਦਾ। ਮੈਂ ਜਿਹੜੇ ਦੋਸਤਾਂ ਕੋਲ ਆਰਡਰ ਨਹੀਂ ਬਚੇ ਨਾ ਉਹ ਨਾਰਾਜ਼ ਹੁੰਦੇ ਨੇ ਉਹਨਾਂ ਨੇ ਕੀ ਕੀਤਾ ਹੈ ਬੜੀ ਜਨਾਬ ਹੈ ਬੜੀ ਗਹਿਰੀ ਗੱਲ ਹੈ ਜੀ ਉਹ ਨਾਰਾਜ਼ ਹੁੰਦੇ ਨੇ ਜੀ ਉਹ ਪਤਾ ਕੀ ਕਰਦੇ ਨੇ ਤੁਸੀਂ ਯਾਰ ਇਹ ਕਿਉਂ ਆਰਡਰ ਦਾ ਨਾਂ ਲੈਂਦੇ ਹੋ ਉਹ ਭਾਈ ਪਹਿਲਾ ਪੁਆਇੰਟ ਕਿਸਾਨ ਦਾ ਮੁਸਤਕਬਲ 'ਚ ਫਾਇਦਾ ਹੀ ਹੈ ਪਹਿਲਾ ਪੁਆਇੰਟ ਆਰਡਰ ਬਾਕੀ ਗੱਲ ਉਹਨਾਂ ਕੋਲ ਆਰਡਰ ਨਹੀਂ ਬਚੇ ਉਹ ਘੁਮਾਉਂਦੇ ਨੇ ਅੱਖਾਂ 'ਚ ਸਿੰਘਾਂ 'ਚ ਨਾਸਾਂ ਬੂਥੀ ਹੱਡੀ ਕਰਨ ਦੱਸਣ ਫਾਬਿਆ ਉਹ ਬੜਾ ਅੱਛਾ ਸਵਾਲ ਹੈ ਕਰਨ ਪਹਿਲੇ ਆਰਡਰ ਦਾ ਦੱਸਣ ਪਹਿਲੇ ਮਾਈ ਦਾ ਦੁੱਧ 10 ਕਿਲੋ ਟਾਈਮ ਦਾ ਕਮ ਸੇ ਕਮ ਹੋਣਾ ਚਾਹੀਦਾ ਸਾਨੂੰ ਫਿਰ ਕਿਸਾਨਾਂ ਨੂੰ ਫਾਇਦਾ ਆਈ ਸਭ ਬਹੁਤ ਅੱਲਾਹ ਹਾਫਿਜ਼